ਇੱਕ ਵਾਰ ਲਾਹੌਰ ਦੀ ਸੰਗਤ ਮਿਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅਨੇਕ ਪ੍ਰਕਾਰ ਦੀਆਂ ਭੇਟਾਂ ਲੈ ਕੇ ਹਾਜ਼ਰ ਹੋਈ। ਉਹਨਾਂ ਵਿੱਚੋਂ ਇੱਕ ਸੁਭੀਖੀ ਖੱਤਰੀ ਆਪਣੀ ਲੜਕੀ ਦਾ ਰਿਸ਼ਤਾ ਸਤਿਗੁਰੂ ਜੀ ਨੂੰ ਦੇਣ ਵਾਸਤੇ ਤਿਆਰ ਹੋ ਗਿਆ ਅਤੇ ਉਸਨੇ ਮਾਤਾ ਜੀ ਪਾਸ ਆਪਣੀ ਇਹ ਇੱਛਾ ਪ੍ਰਗਟ ਕੀਤੀ, ਜਿਸ ਨੂੰ ਮਾਤਾ ਜੀ ਨੇ ਪ੍ਰਵਾਨ ਕਰਕੇ ਸਤਿਗੁਰੂ ਜੀ ਨੂੰ ਛੁਹਾਰਾ ਲਾ ਦਿੱਤਾ। ਯੋਗ ਸਮੇਂ ਉਪਰੰਤ ਵਿਆਹ ਦਾ ਦਿਨ ਨਿਯਤ ਕੀਤਾ ਗਿਆ। ਸੁਭੀਖੀ, ਜਿਸ ਦਾ ਨਾਮ ਹਰਜਸ ਸੀ, ਦੀ ਇੱਛਾ ਸੀ ਕਿ ਸਤਿਗੁਰੂ ਜੀ ਜੰਝ ਲੈ ਕੇ ਲਾਹੌਰ ਹੀ ਟੁਕਣ, ਪਰ ਉਸ ਸਮੇਂ ਦੇਸ਼ ਦੇ ਹਾਲਾਤ ਐਸੇ ਸਨ ਕਿ ਲਾਹੌਰ ਜਨ ਲੈ ਕੇ ਜਾਣਾ ਠੀਕ ਨਾ ਸਮਝਿਆ ਗਿਆ, ਜਿਸ ਕਰਕੇ ਸੁਭੀਖੀ ਦੇ ਮਨ ਦੀ ਪ੍ਰਸੰਨਤਾ ਵਾਸਤੇ ਸਤਿਗੁਰੂ ਜੀ ਨੇ ਅਨੰਦਪੁਰ ਤੋਂ ਹੀ ਕੁਝ ਦੂਰੀ ਦੇ ਉੱਤੇ ਉੱਤਰ ਦਿਸ਼ਾ ਪਹਾੜ ਵਿੱਚ ਇੱਕ ਸੁੰਦਰ ਸ਼ਹਿਰ ਰਚ ਕੇ ਉਸ ਦਾ ਨਾਮ ਨਵਾਂ ਲਾਹੌਰ ਰੱਖ ਦਿੱਤਾ। ਇਸ ਨਵੇਂ ਰਚੇ ਲਾਹੌਰ ਵਿੱਚ ਸੁਭੀਖੀ ਅਤੇ ਉਸ ਦੇ ਸੰਬੰਧੀ ਪਰਿਵਾਰਾਂ ਨੂੰ ਨਿਵਾਸ ਕਰਾ ਕੇ ਆਪ ਜੀ ਨੇ ਸ਼੍ਰੀ ਸੁਭਾਗ ਜੀਤੋ ਜੀ ਨਾਲ ਵਿਆਹ ਕੀਤਾ ਸੀ। ਇਹ ਅਸਥਾਨ ਹੁਣ ਗੁਰੂ ਕਾ ਲਾਹੌਰ ਦੇ ਨਾਮ ਨਾਲ ਪ੍ਰਸਿੱਧ ਹੈ। ਅਨੰਦਪੁਰ ਤੋਂ ਪੱਕੀ ਸੜਕ ਬਣ ਗਈ ਹੈ। ਗੁਰਦੁਆਰਾ ਵੀ ਇੱਥੇ ਸੁੰਦਰ ਬਣ ਗਿਆ ਹੈ। ਇੱਕ ਦਿਨ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਬਾਹਰ ਸੈਰ ਕਰਨ ਜਾ ਰਹੇ ਸਨ ਕਿ ਅੱਗੋਂ ਆਪ ਜੀ ਦੇ ਕੱਪੜੇ ਧੋਣ ਵਾਲਾ ਧੋਬੀ ਮਿਲਿਆ। ਉਸਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਕੱਪੜੇ ਧੋਣ ਵਾਸਤੇ ਇੱਥੇ ਨੇੜੇ ਕਿਸੇ ਜਗ੍ਹਾ ਪਾਣੀ ਨਹੀਂ ਹੈ। ਆਪ ਜੀ ਦੇ ਬਸਤਰ ਕਿਸ ਤਰ੍ਹਾਂ ਸਾਫ਼ ਕਰਾਂ? ਉਸ ਦੀ ਬੇਨਤੀ ਸੁਣ ਕੇ ਆਪ ਜੀ ਨੇ ਉੱਥੇ ਹੀ ਪ੍ਰਿਥਵੀ ਵਿੱਚ ਵਰਸ਼ਾ ਮਾਰਿਆ ਅਤੇ ਸੰਗੋਦਾਸ ਨੂੰ ਹੁਕਮ ਕੀਤਾ ਕਿ ਇਸ ਨੂੰ ਪੁੱਟ ਲਵੋ। ਪਰ ਜਦ ਸੰਗੋਦਾਸ ਤੋਂ ਬਹੁਤ ਜ਼ੋਰ ਲਾਉਣ ਨਾਲ ਵੀ ਵਰਸ਼ਾ ਨਾ ਪੁੱਟਿਆ ਗਿਆ ਤਾਂ ਸਤਿਗੁਰੂ ਜੀ ਨੇ ਘੋੜੇ ਉੱਤੇ ਬੈਠਿਆ ਹੀ ਵਰਸ਼ਾ ਪੁੱਟ ਦਿੱਤਾ। ਇਹ ਕੌਤਕ ਵੇਖ ਕੇ ਮਾਹਰੀ ਚੰਦ ਨੂੰ ਵਿਚਾਰ ਆਈ ਕਿ ਜੇ ਮੈਨੂੰ ਹੁਕਮ ਹੁੰਦਾ ਤਾਂ ਮੈਂ ਵਰਸ਼ਾ ਪੁੱਟ ਲੈਣਾ ਸੀ। ਮਾਹਰੀ ਚੰਦ ਦੇ ਦਿਲ ਦੀ ਜਾਣ ਕੇ ਪਹਿਲੀ ਜਗ੍ਹਾ ਦੇ ਪਾਸ ਹੀ ਇੱਕ ਹੋਰ ਵਰਸ਼ਾ ਮਾਰ ਕੇ ਗੁਰੂ ਜੀ ਨੇ ਮਾਹਰੀ ਚੰਦ ਨੂੰ ਆਖਿਆ ਕਿ ਵਰਸ਼ਾ ਪੁੱਟ ਲਵੋ। ਉਸਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਵਰਸ਼ਾ ਉਸ ਤੋਂ ਵੀ ਨਾ ਪੁੱਟਿਆ ਗਿਆ। ਤਦ ਫੇਰ ਇਸ ਵਾਰ ਵੀ ਗੁਰੂ ਜੀ ਨੇ ਆਪ ਹੀ ਵਰਸ਼ਾ ਪੁੱਟਿਆ। ਜਦ ਇਹਨਾਂ ਦੋ ਥਾਵਾਂ ਤੋਂ ਪਾਣੀ ਦੀਆਂ ਧਾਰਾਂ ਚੱਲਣ ਲੱਗ ਪਈਆਂ ਤਾਂ ਫਿਰ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜੀ, ਇੱਕ ਧਾਰਾ ਹੋਰ ਪ੍ਰਗਟ ਕਰੋ, ਜਿਸ ਕਰਕੇ ਇਹ ਗੁਰੂ ਕੀ ਤ੍ਰਿਵੇਣੀ ਬਣ ਜਾਵੇ। ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਆਪ ਜੀ ਨੇ ਇੱਕ ਹੋਰ ਵਰਸ਼ਾ ਮਾਰ ਕੇ ਪੁੱਟਿਆ ਤਾਂ ਤੀਸਰੀ ਧਾਰਾ ਵੀ ਚੱਲਣ ਲੱਗ ਪਈ। ਇਸ ਤਰ੍ਹਾਂ ਇਸ ਤਿੰਨ ਧਾਰਾ ਤ੍ਰਿਵੇਣੀ ਦੇ ਸਿੱਖ ਸੰਗਤਾਂ ਦਰਸ਼ਨ ਇਸ਼ਨਾਨ ਕਰਕੇ ਅੱਜ ਤੱਕ ਆਨੰਦ ਪ੍ਰਾਪਤ ਕਰ ਰਹੀਆਂ ਹਨ। ਵਿਆਹ ਦਾ ਸ਼ੁਭ ਦਿਨ ਆ ਗਿਆ। ਜੰਨ ਦੀ ਤਿਆਰੀ ਹੋਣ ਲੱਗੀ। ਸਤਿਗੁਰੂ ਜੀ ਨੂੰ ਚੰਦਨ ਦੀ ਚੌਂਕੀ ਉੱਤੇ ਬਿਠਾ ਕੇ ਆਪ ਜੀ ਦੇ ਸਰੀਰ ਨੂੰ ਵਟਣਾ ਅਤੇ ਹੋਰ ਸੁਗੰਧਿਤ ਚੀਜ਼ਾਂ ਨਾਲ ਮਲ ਕੇ ਇਸ਼ਨਾਨ ਕਰਾਇਆ ਗਿਆ। ਉਪਰੰਤ ਸੁੰਦਰ ਪੀਲੇ ਵਸਤਰ ਪਹਿਨਾਏ ਗਏ। ਸਿਰੇ ਉੱਪਰ ਜਰੀ ਦੀ ਝਾਲਰਦਾਰ ਦਸਤਾਰ ਸਜਾ ਕੇ ਉੱਪਰ ਬਹੁਮੁੱਲੀ ਕਲਗੀ ਬੱਧੀ ਗਈ। ਆਪ ਜੀ ਦੇ ਪਵਿੱਤਰ ਸੱਜੇ ਹੱਥ ਨੂੰ ਗਾਨਾ ਅਤੇ ਮੱਥੇ ਉੱਤੇ ਕੀਮਤੀ ਮੋਤੀਆਂ ਦੀਆਂ ਲੜੀਆਂ ਵਾਲਾ ਸਿਹਰਾ ਸਜਾਇਆ ਗਿਆ। ਇਸਤਰੀਆਂ ਨੇ ਇਸ ਸਮੇਂ ਖੁਸ਼ੀ ਦੇ ਗੀਤ ਗਾ ਕੇ ਸਮੇਂ ਨੂੰ ਬਹੁਤ ਸੁਹਾਵਣਾ ਕਰ ਦਿੱਤਾ। ਹਰ ਪਾਸੇ ਖੁਸ਼ੀਆਂ ਨਾਲ ਹੰਸੂ ਕਰਦੇ ਚਿਹਰੇ ਨਜ਼ਰ ਆ ਰਹੇ ਸਨ। ਫਿਰ ਆਪ ਜੀ ਨੂੰ ਜਦ ਸੁੰਦਰ ਸਾਜ ਨਾਲ ਸ਼ਿੰਗਾਰੀ ਹੋਈ ਘੋੜੀ ਉੱਤੇ ਸਵਾਰ ਕਰਕੇ ਉੱਪਰ ਛਤਰ ਝੁਲਾਇਆ ਗਿਆ ਤਾਂ ਉਸ ਸਮੇਂ ਦੀ ਜੋ ਸ਼ੋਭਾ ਸੀ ਉਹ ਵਰਣਨ ਨਹੀਂ ਹੋ ਸਕਦੀ। ਆਪ ਤਾਰਿਆਂ ਵਿੱਚ 14ਵੀਂ ਰਾਤ ਦੇ ਚੰਦ ਵਾਂਗ ਮੇਲੀਆਂ ਗੇਲੀਆਂ ਵਿੱਚ ਸ਼ੋਭ ਰਹੇ ਸਨ। ਇਸ ਸਮੇਂ ਵਾਜੇ ਵੱਜ ਰਹੇ ਸਨ। ਇਸਤਰੀਆਂ ਸੋਹਣੇ ਸੋਹਣੇ ਗਹਿਣੇ ਕੱਪੜੇ ਪਹਿਨ ਕੇ ਖੁਸ਼ੀ ਦੇ ਗੀਤ ਗਾ ਰਹੀਆਂ ਸਨ। ਜੰਨ ਕੁਝ ਘੋੜਿਆਂ ਉੱਤੇ ਕੁਝ ਰੱਥਾਂ ਉੱਤੇ ਤਿਆਰ ਹੋਈ। ਰੱਥਾਂ ਦੇ ਬੈਲਾਂ ਦੀਆਂ ਟੱਲੀਆਂ ਦੇ ਘੁੰਗਰੂਆਂ ਦੀ ਬੜੀ ਛਣ ਤੇ ਟਨ ਹੋ ਰਹੀ ਸੀ। ਹਰ ਇੱਕ ਜਾਨੀ ਬੜੇ ਸੁੰਦਰ ਕੱਪੜੇ ਅਤੇ ਕੜੇ ਕੈਂਠੇ ਪਹਿਨ ਕੇ ਸਜਿਆ ਹੋਇਆ ਸੀ। ਜੰਨ ਦੀ ਰਵਾਨਗੀ ਦਾ ਅਰਦਾਸਾ ਸੋਧ ਕੇ ਉਪਰੰਤ ਸਭ ਤੋਂ ਅੱਗੇ ਨਿਸ਼ਾਨ ਝੂਲਦੇ ਜਾ ਰਹੇ ਸਨ ਅਤੇ ਫਿਰ ਸਤਿਗੁਰੂ ਜੀ ਸੁੰਦਰ ਘੋੜੇ ਉੱਤੇ ਸਵਾਰ ਹੋ ਕੇ ਜਾ ਰਹੇ ਸਨ। ਆਪ ਜੀ ਦੇ ਸੀਸ ਉੱਤੇ ਸੁੰਦਰ ਛਤਰ ਝੂਲ ਰਿਹਾ ਸੀ। ਪਿੱਛੇ ਘੋੜ ਸਵਾਰ ਤੇ ਰੱਥ ਸਵਾਰ ਜਾਨੀ ਆਪੋ ਆਪਣੀਆਂ ਸਵਾਰੀਆਂ ਨੂੰ ਨਚਾਉਂਦੇ ਟਪਾਉਂਦੇ ਜਾ ਰਹੇ ਸਨ। ਇਸ ਤਰ੍ਹਾਂ ਖੁਸ਼ੀਆਂ ਨਾਲ ਪਹਿਰ ਦਿਨ ਰਹਿੰਦੇ ਬਰਾਤ ਨਵੇਂ ਲਾਹੌਰ ਪਹੁੰਚ ਗਈ। ਅੱਗੇ ਇਸਤਰੀਆਂ ਤੇ ਪੁਰਸ਼ ਜਨ ਦੇ ਸਵਾਗਤ ਵਾਸਤੇ ਖੜੇ ਸਨ। ਸਤਿਗੁਰੂ ਜੀ ਵੱਲੋਂ ਆਪ ਜੀ ਦੇ ਮਾਮਾ ਕਿਰਪਾਲ ਜੀ ਨੇ ਹਰਜਸ ਸੁਭੀਖੀ ਸ਼੍ਰੀ ਜੀਤੋ ਜੀ ਦੇ ਪਿਤਾ ਨਾਲ ਮਿਲਣੀ ਕੀਤੀ। ਉਪਰੰਤ ਨਿਯਤ ਸਥਾਨ ਤੇ ਜਨ ਨੇ ਡੇਰਾ ਕਰਕੇ ਵਿਸ਼ਰਾਮ ਕੀਤਾ। ਸੰਧਿਆ ਸਮੇਂ ਆਪ ਜੀ ਦੇ ਵਿਆਹ ਦੀ ਰਸਮ ਲਾਵਾਂ ਫੇਰੇ ਪੁਰਾਤਨ ਰੀਤੀ ਅਨੁਸਾਰ ਸੰਪੂਰਨ ਕਰਕੇ ਜਨ ਨੂੰ ਪ੍ਰਸ਼ਾਦ ਛਕਾਇਆ ਗਿਆ।
ਦੂਸਰੇ ਦਿਨ ਅੰਮ੍ਰਿਤ ਵੇਲੇ ਹੀ ਆਸਾ ਦੀ ਵਾਰ ਦਾ ਜੋਗ ਸਥਾਨ ਉੱਤੇ ਰਬਾਬੀਆਂ ਨੇ ਕੀਰਤਨ ਕੀਤਾ ਅਤੇ ਦੀਵਾਨ ਸਜੇ। ਸੰਗਤਾਂ ਨੇ ਹਾਜ਼ਰ ਹੋ ਕੇ ਮੱਥੇ ਟੇਕੇ ਅਤੇ ਭੇਟਾਂ ਅਰਪਣ ਕੀਤੀਆਂ। ਉਪਰੰਤ ਇੱਕ ਦਿਨ ਸਰਹੰਦ ਦੀ, ਦੂਜੇ ਦਿਨ ਰੋਪੜ ਦੀ ਅਤੇ ਤੀਜੇ ਦਿਨ ਹੁਸ਼ਿਆਰਪੁਰ ਦੀ ਸੰਗਤ ਨੇ ਸਤਿਗੁਰ ਜੀ ਦਾ ਜਨੇਤ ਸਹਿਤ ਪ੍ਰਸ਼ਾਦ ਕੀਤਾ। ਦਿਨ ਪ੍ਰਤੀ ਨਟ, ਬਾਜੀਗਰ ਅਤੇ ਹੋਰ ਕੰਤਕੀ ਆਪਣੇ ਆਪਣੇ ਕਰਤੱਵ ਕਰਕੇ ਜਨ ਨੂੰ ਪ੍ਰਸੰਨ ਰੱਖਦੇ ਅਤੇ ਬਹੁਤ ਧਨ ਪ੍ਰਾਪਤ ਕਰਕੇ ਸਤਿਗੁਰ ਜੀ ਦਾ ਜਸ ਕਰਦੇ ਰਹੇ। ਇਸ ਤਰ੍ਹਾਂ 3 ਦਿਨਾਂ ਉਪਰੰਤ ਜਨ ਵਾਪਸ ਆਨੰਦਪੁਰ ਆਈ। ਮਾਤਾ ਜੀ ਨੇ ਡੋਲੇ ਦਾ ਉਤਾਰਾ ਸਭ ਤੋਂ ਪਹਿਲਾਂ ਮੱਥਾ ਟਿਕਾਉਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਅਸਥਾਨ ਤੇ ਕਰਾਇਆ। ਉਪਰੰਤ ਸਾਰੇ ਜਾਨੀ ਵੀ ਉੱਥੇ ਹੀ ਪਹੁੰਚ ਗਏ। ਲੱਡੂ ਮਠਿਆਈਆਂ ਦੇ ਥਾਲ ਸ੍ਰੀ ਸਤਿਗੁਰ ਜੀ ਦੇ ਦਰਬਾਰ ਅੱਗੇ ਰੱਖ ਕੇ 9ਵੇਂ ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸੀਏ ਨੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, ਆਪ ਜੀ ਦੇ ਸਾਹਿਬਜ਼ਾਦੇ ਸ੍ਰੀ ਗੋਬਿੰਦ ਰਾਏ ਜੀ ਦਾ ਸ਼ੁਭ ਵਿਆਹ ਹੋਇਆ ਹੈ। ਡੋਲਾ ਲੈ ਕੇ ਤੁਹਾਡੇ ਹਾਜ਼ਰ ਹੋਏ ਹਾਂ। ਆਪ ਜੀ ਨੇ ਇਹਨਾਂ ਦੇ ਅੰਗ ਸੰਗ ਰਹਿਣਾ, ਵਿਘਨਾਂ ਦਾ ਨਾਸ਼ ਕਰਨਾ ਇਤਿਆਦਿਕ ਬੇਨਤੀਆਂ ਕਰਕੇ ਸੰਗਤ ਨੂੰ ਪ੍ਰਸ਼ਾਦ ਵਰਤਾਇਆ ਗਿਆ। ਉਪਰੰਤ ਡੋਲਾ ਆਪਣੇ ਮਹਿਲਾਂ ਵਿੱਚ ਖੁਸ਼ੀਆਂ ਤੇ ਚਾਵਾਂ ਨਾਲ ਲਿਆ ਕੇ ਮਾਤਾ ਜੀ ਨੇ ਯੋਗ ਰੀਤੀ ਅਨੁਸਾਰ ਸਾਰੇ ਸ਼ੁਭ ਸ਼ਗਨ ਕਰਕੇ ਖੁਸ਼ੀਆਂ ਮਨਾਈਆਂ। ਇੱਕ ਦਿਨ ਨੇਮ ਅਨੁਸਾਰ ਸਤਿਗੁਰ ਜੀ ਦਾ ਦੀਵਾਨ ਲੱਗ ਰਿਹਾ ਸੀ। ਸੰਗਤ ਬੜੇ ਪ੍ਰੇਮ ਨਾਲ ਮਗਨ ਸਤਿਗੁਰ ਜੀ ਦੇ ਉਪਦੇਸ਼ ਸਰਵਣ ਕਰ ਰਹੀ ਸੀ। ਇੱਕ ਬਾਣੀਆ ਰੌਲਾ ਪਾਉਂਦਾ ਹੋਇਆ ਆਇਆ। ਉਸਨੇ ਉੱਚੀ ਪੁਕਾਰ ਕੇ ਬੇਨਤੀ ਕੀਤੀ ਕਿ ਅੱਜ ਅੰਮ੍ਰਿਤ ਵੇਲੇ ਮੇਰੀ ਰੁਪਿਆਂ ਦੀ ਥੈਲੀ ਕੋਈ ਚੋਰੀ ਕਰਕੇ ਲੈ ਗਿਆ ਹੈ। 500 ਮੈਂ ਘਰ ਤੋਂ ਲਿਆਂਦਾ ਸੀ ਅਤੇ ਉਸ ਨਾਲ ਨਵੇਂ ਲਾਹੌਰ ਦੁਕਾਨ ਕਰਕੇ ਮੈਂ ਬਹੁਤ ਨਫਾ ਖੱਟਿਆ ਸੀ। ਸਾਰਾ ਮੂਲ ਤੇ 200 ਨਫਾ ਮੇਰਾ ਉਸ ਥੈਲੀ ਵਿੱਚ ਸੀ ਜਿਹੜੀ ਚੋਰ ਲੈ ਗਿਆ। ਤੁਹਾਡੇ ਹੁਕਮ ਅਨੁਸਾਰ ਹੀ ਮੈਂ ਇੱਥੇ ਵਿਹਾਰ ਕੀਤਾ ਸੀ। ਹੁਣ ਤੁਸੀਂ ਹੀ ਮੇਰੀ ਸਹਾਇਤਾ ਕਰੋ। ਹੋਰ ਸਾਰੇ ਦੁਕਾਨਦਾਰ ਧਨ ਖੱਟ ਕੇ ਘਰਾਂ ਨੂੰ ਖੁਸ਼ੀਆਂ ਨਾਲ ਗਏ ਹਨ ਤੇ ਮੈਂ ਹੁਣ ਕੀ ਲੈ ਕੇ ਘਰ ਜਾਵਾਂ? ਮੈਂ ਤੁਹਾਡੇ ਦੁਆਰ ਤੇ ਹੀ ਪ੍ਰਾਣ ਦੇ ਦਿਆਂਗਾ। ਬਾਣੀਏ ਦੀ ਪੁਕਾਰ ਤੇ ਵਿਥਿਆ ਸੁਣ ਕੇ ਸਤਿਗੁਰ ਜੀ ਨੇ ਉਸ ਨੂੰ ਧੀਰਜ ਦਿੱਤਾ ਅਤੇ ਬਚਨ ਕੀਤਾ ਕਿ ਸਾਡੇ ਸਾਹਮਣੇ ਹੀ ਕੋਈ ਸਿੱਖ ਦੁੱਖ ਪਾਵੇ ਤਾਂ ਫਿਰ ਪਰਲੋਕ ਵਿੱਚ ਉਸ ਨੂੰ ਦੁੱਖ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕੇਗਾ। ਸਭ ਨੂੰ ਖੁਸ਼ੀ ਵਾਸਤੇ ਸੱਦਿਆ ਸੀ, ਪਰ ਜੇ ਕੋਈ ਦੁਖੀ ਹੋ ਕੇ ਘਰ ਜਾਵੇ ਤਾਂ ਗੁਰੂ ਦੇ ਦਰਸ਼ਨਾਂ ਦਾ ਫਲ ਕੀ ਹੋਇਆ? ਇਹ ਵਿਚਾਰ ਕੇ ਤਤਕਾਲ ਹੀ ਸਤਿਗੁਰ ਜੀ ਨੇ ਆਪਣੇ ਸਿੱਖ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਚੋਰ ਦਾ ਅਮਕਾ ਘਰ ਹੈ। ਉਸਨੇ ਘਰ ਦੀ ਦੱਖਣ ਦੀ ਦਿਸ਼ਾ ਦੀ ਦੀਵਾਰ ਦੀ ਤਾਕੀ ਵਿੱਚ ਥੈਲੀ ਰੱਖੀ ਹੋਈ ਹੈ। ਜਾਓ ਅਤੇ ਥੈਲੀ ਉੱਥੋਂ ਫੜ ਕੇ ਚੋਰ ਦੀਆਂ ਮੁਸ਼ਕਾਂ ਕੱਸ ਕੇ ਸਾਡੇ ਪਾਸ ਥੈਲੀ ਸਹਿਤ ਲੈ ਆਓ। ਸਿਪਾਹੀਆਂ ਨੇ ਇਸੇ ਤਰ੍ਹਾਂ ਹੀ ਕਰਕੇ ਚੋਰ ਨੂੰ ਫੜ ਕੇ ਥੈਲੀ ਸਹਿਤ ਸਤਿਗੁਰ ਜੀ ਦੇ ਹਜ਼ੂਰ ਲੈ ਆਂਦਾ। ਸਤਿਗੁਰ ਜੀ ਨੇ ਥੈਲੀ ਦੇ ਰੁਪਏ ਗਿਣ ਕੇ ਬਾਣੀਏ ਨੂੰ ਦੇ ਦਿੱਤੇ ਅਤੇ ਚੋਰ ਨੂੰ ਸਖਤ ਤਾੜਨਾ ਕਰਕੇ ਛੱਡ ਦਿੱਤਾ ਕਿ ਜੇ ਤੂੰ ਫਿਰ ਐਸਾ ਕੋਈ ਕਰਮ ਕਰੇਗਾ ਤਾਂ ਸਖਤ ਸਜ਼ਾ ਦਿੱਤੀ ਜਾਵੇਗੀ। ਚੋਰ ਨੇ ਸਤਿਗੁਰ ਜੀ ਤੋਂ ਮਾਫੀ ਮੰਗੀ ਅਤੇ ਅੱਗੇ ਤੋਂ ਚੋਰੀ ਨਾ ਕਰਨ ਦਾ ਪ੍ਰਣ ਕੀਤਾ। ਇਹ ਕੌਤਕ ਵੇਖ ਕੇ ਸਭ ਲੋਕਾਂ ਨੇ ਸਮਝ ਲਿਆ ਕਿ ਗੁਰੂ ਜੀ ਅੰਤਰਜਾਮੀ ਹਨ। ਇਹਨਾਂ ਦੇ ਹੁੰਦਿਆਂ ਕੋਈ ਖੋਟਾ ਕਰਮ, ਚੋਰੀ ਆਦਿਕ ਦਾ ਨਹੀਂ ਹੋ ਸਕਦਾ। ਇਸ ਡਰ ਕਰਕੇ ਸਾਰੇ ਆਪੋ ਆਪਣੇ ਵਿਹਾਰ ਕਰਨ ਨੇਕ ਨੀਤੀ ਨਾਲ ਕਰਨ ਲੱਗ ਪਏ। ਹੁਣ ਜਨ ਦਾ ਮੇਲ ਵੀ ਆਪੋ ਆਪਣੇ ਘਰਾਂ ਨੂੰ ਜਾਣ ਵਾਸਤੇ ਤਿਆਰ ਹੋ ਗਿਆ। ਸਭ ਥਾਵਾਂ ਦੀ ਸੰਗਤ ਨੇ ਸਤਿਗੁਰ ਜੀ ਪਾਸੋਂ ਵਿਦਾ ਹੋਣ ਦੀ ਆਗਿਆ ਮੰਗੀ। ਸਤਿਗੁਰ ਜੀ ਨੇ ਸਭ ਨੂੰ ਯਥਾਯੋਗ ਸਿਰੋਪਾਏ ਦੇ ਕੇ ਆਨੰਦਮਈ ਪ੍ਰਸੰਨਤਾ ਨਾਲ ਵਿਦਾਇਗੀ ਦੇ ਦਿੱਤੀ। ਰਸਤੇ ਵਿੱਚ ਸਤਿਗੁਰ ਜੀ ਦੇ ਵਿਆਹ ਦੇ ਦ੍ਰਿਸ਼, ਗੁਰੂ ਕੇ ਲਾਹੌਰ ਦੀ ਰਚਨਾ, ਉੱਥੇ ਪਾਣੀ ਦੀ ਥੋੜ ਨੂੰ ਦੂਰ ਕਰਨ ਵਾਸਤੇ ਧੋਬੀ ਦੀ ਬੇਨਤੀ ਪ੍ਰਵਾਨ ਕਰਕੇ, ਵਰਸ਼ਾ ਮਾਰ ਕੇ 3 ਸੋਮੇ ਚਾਲੂ ਕਰਕੇ ਤ੍ਰਿਵੇਣੀ ਪ੍ਰਸਿੱਧ ਕਰਨਾ, ਚੋਰ ਦੇ ਘਰੋਂ ਛਪਾਈ ਥੈਲੀ ਆਪਣੀ ਅੰਤਰਜਾਮਤਾ ਨਾਲ ਦੱਸ ਕੇ ਫੜਨੀ ਅਤੇ ਚੋਰ ਨੂੰ ਕੇਵਲ ਤਾੜਨਾ ਕਰਕੇ ਹੀ ਮਾਫੀ ਦੇ ਕੇ ਛੱਡ ਦੇਣਾ ਆਦਿਕ ਵਾਰਤਾ ਨੂੰ ਯਾਦ ਕਰਕੇ ਆਪ ਦਾ ਜਸ ਕਰਦੇ ਘਰਾਂ ਨੂੰ ਤੁਰੇ ਜਾ ਰਹੇ ਸਨ। ਵਿਆਹ ਤੋਂ ਪਿੱਛੋਂ ਜਦ ਜਾਨੀ ਮੇਲ ਤੁਰਿਆ ਗਿਆ ਤਾਂ ਗਰਮੀ ਦੀ ਰੁੱਤ ਹੋਣ ਕਰਕੇ ਸਤਿਗੁਰ ਜੀ ਸਤਲੁਜ ਦਰਿਆ ਤੇ ਆਪਣੇ ਸਾਥੀਆਂ ਨਾਲ ਇਸ਼ਨਾਨ ਕਰਨ ਗਏ। ਪਾਣੀ ਵਿੱਚ ਆਮੋ ਸਾਹਮਣੇ ਛਿੱਟੇ ਮਾਰ ਕੇ ਖੇਡਣ ਵਾਸਤੇ ਸਤਿਗੁਰ ਜੀ ਨੇ 2 ਟੋਲੀਆਂ ਬਣਾ ਲਈਆਂ। ਇੱਕ ਟੋਲੀ ਦੇ ਮੋਹਰੀ ਆਪ ਜੀ ਬਣੇ ਅਤੇ ਦੂਜੀ ਦੇ ਗੁਲਾਬ ਰਾਏ ਨੂੰ ਬਣਾਇਆ। ਇਸ ਤਰ੍ਹਾਂ ਜਦ ਇੱਕ ਦੂਜੇ ਨੂੰ ਹਾਰ ਦੇਣ ਵਾਸਤੇ ਇੱਕ ਦੂਜੇ ਉੱਤੇ ਪਾਣੀ ਦੇ ਛੱਟੇ ਦੋਹਾਂ ਹੱਥਾਂ ਨਾਲ ਜ਼ੋਰ-ਜ਼ੋਰ ਦੀ ਮਾਰਨ ਲੱਗੇ ਤਾਂ ਆਪ ਜੀ ਦੇ ਜ਼ੋਰ ਦੇ ਛੱਟਿਆਂ ਨਾਲ ਵਿਆਕੁਲ ਹੋ ਕੇ ਗੁਲਾਬ ਰਾਏ ਭੱਜ ਕੇ ਪਾਣੀ ਵਿੱਚੋਂ ਬਾਹਰ ਨਿਕਲ ਗਿਆ। ਬਾਹਰ ਦਰੀ ਉੱਤੇ ਜਿੱਥੇ ਸਾਰਿਆਂ ਨੇ ਕੱਪੜੇ ਉਤਾਰ ਕੇ ਰੱਖੇ ਹੋਏ ਸਨ, ਉੱਥੋਂ ਗੁਲਾਬ ਰਾਏ, ਜਿਸ ਦੀਆਂ ਅੱਖਾਂ ਪਾਣੀ ਦੀ ਮਾਰ ਨਾਲ ਚੁੰਧਿਆ ਗਈਆਂ ਸਨ, ਕਾਹਲੀ ਨਾਲ ਆਪਣੀ ਪੱਗ ਦੇ ਭੁਲੇਖੇ ਸਤਿਗੁਰ ਜੀ ਦੀ ਪੱਗ ਸਿਰ ਤੇ ਰੱਖ ਕੇ ਭੱਜ ਉੱਠਿਆ। ਪਿੱਛੋਂ
ਸੰਗੋ ਦਾਸ ਨੇ ਭੱਜੇ ਜਾਂਦੇ ਨੂੰ ਵੇਖ ਕੇ ਉੱਚੀ ਆਵਾਜ਼ ਨਾਲ ਕਿਹਾ, ਗੁਲਾਬ ਰਾਏ, ਤੇਰੇ ਸਿਰ ਉੱਤੇ ਪੱਗ ਸਤਿਗੁਰ ਜੀ ਦੀ ਹੈ, ਤੂੰ ਆਪਣੀ ਪੱਗ ਆਣ ਕੇ ਪਛਾਣ ਲੈ ਤੇ ਸਤਿਗੁਰ ਜੀ ਦੀ ਰੱਖ ਜਾ। ਗੁਲਾਬ ਰਾਏ ਇਹ ਆਵਾਜ਼ ਸੁਣ ਕੇ ਵਾਪਸ ਆ ਗਿਆ ਅਤੇ ਜਦ ਸਤਿਗੁਰ ਜੀ ਦੀ ਪੱਗ ਆਪਣੇ ਸਿਰ ਤੋਂ ਉਤਾਰਨ ਲੱਗਾ ਤਾਂ ਸਤਿਗੁਰ ਜੀ ਨੇ ਹੱਸ ਕੇ ਆਖਿਆ, ਹੁਣ ਇਹ ਪੱਗ ਸਿਰ ਉੱਤੇ ਰਹਿਣ ਦੇ, ਉਤਾਰਨ ਦੀ ਲੋੜ ਨਹੀਂ ਹੈ। ਇੱਕ ਸਮਾਂ ਐਸਾ ਆਵੇਗਾ ਤੂੰ ਗੁਰਿਆਈ ਦੀ ਪੱਗ ਪ੍ਰਾਪਤ ਕਰੇਗਾ। ਹੁਣ ਇਹ ਪੱਗ ਤੇਰੇ ਹੀ ਯੋਗ ਹੈ, ਇਹ ਕਿਸੇ ਸਮੇਂ ਤੈਨੂੰ ਉੱਚੀ ਪਦਵੀ ਦੇਵੇਗੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।